ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਅਸੀਂ 5ਵੀਂ ਜਮਾਤ ਦਾ ਪਾਠ ਨੰਬਰ 10 ਸਟੋਰੇਜ ਐਂਡ ਪ੍ਰੀਜ਼ਰਵੇਸ਼ਨ ਆਫ ਫੂਡ ਕਰਨ ਜਾ ਰਹੇ ਹਾਂ। ਕੀ ਮਤਲਬ ਹੈ ਸਟੋਰੇਜ ਤੇ ਪ੍ਰੀਜ਼ਰਵੇਸ਼ਨ ਦਾ? ਖਾਣੇ ਨੂੰ ਜਮਾ ਕਿਵੇਂ ਕਰਨਾ ਹੈ ਤੇ ਕਿੱਦਾਂ ਉਸ ਦੀ ਸੰਭਾਲ ਜਿਹੜੀ ਹੈ ਕਰਨੀ ਹੈ, ਅਸੀਂ ਅੱਜ ਜਾਣਾਂਗੇ ਇਸ ਚੈਪਟਰ ਦੇ ਵਿੱਚ। ਚਲੋ ਅਸੀਂ ਪੜ੍ਹਦੇ ਹਾਂ ਹੁਣ। Gaurav's father brought bread along with the grocery for a month from the market. ਗੌਰਵ ਦੇ ਪਿਤਾ ਜੀ ਬ੍ਰੈਡ ਲੈ ਕੇ ਆਏ ਸੀਗੇ ਇੱਕ ਮਹੀਨਾ ਕਿਤੇ for a month from the market ਤੋਂ, ਸ਼ਾਪ ਤੋਂ, ਬਾਜ਼ਾਰ ਤੋਂ ਘਰ ਦਾ ਬਾਕੀ ਰਾਸ਼ਨ ਦੇ ਸਮਾਨ ਦੇ ਨਾਲ ਉਹ ਬ੍ਰੈਡ ਵੀ ਲੈ ਕੇ ਆਏ ਸਨ। Gaurav ate some pieces of bread with jam and placed the remaining pieces in the kitchen. Gaurav ਨੇ ਕੁਝ ਬ੍ਰੈਡ ਦੇ ਜਿਹੜੇ ਪੀਸ ਸੀਗੇ, ਕੁਝ ਬ੍ਰੈਡ ਖਾ ਚੁੱਕਾ ਸੀ ਉਹ ਜੈਮ ਦੇ ਨਾਲ, ਤੇ ਕੁਝ ਉਸਨੇ ਕਿਚਨ ਦੇ ਵਿੱਚ ਜਿਹੜੇ ਪੀਸ ਸੀਗੇ ਉਹ ਰੱਖ ਦਿੱਤੇ। After some days, ਕੁਝ ਦਿਨਾਂ ਬਾਅਦ he opened the packet of bread to eat. ਉਸਨੇ ਜਿਹੜਾ ਬ੍ਰੈਡ ਦਾ ਪੈਕਟ ਸੀ ਉਸਨੂੰ ਖੋਲਿਆ ਖਾਣ ਵਾਸਤੇ and found it covered with dots of green and black color. ਉਸਨੇ ਦੇਖਿਆ ਕਿ ਉਹਦੇ ਉੱਤੇ ਨਿਸ਼ਾਨ ਬਣੇ ਹੋਏ ਸੀ, ਡਾਟ ਬਣੇ ਹੋਏ ਸਨ ਹਰੇ ਤੇ ਕਾਲੇ ਰੰਗ ਦੇ। He surprisingly asked about the moldering bread. ਗੌਰਵ ਨੇ ਬੜਾ ਹੀ ਹੈਰਾਨ ਹੋ ਕੇ ਇਸ ਉੱਲੀ ਲੱਗੇ ਹੋਏ ਬ੍ਰੈਡ ਬਾਰੇ ਪੁੱਛਿਆ। Mother smelled and ate a piece of bread. ਮੰਮੀ ਜੋ ਗੌਰਵ ਦੀ ਸੀ ਉਹਨਾਂ ਨੇ ਇਸ ਨੂੰ ਸੁੰਘਿਆ ਤੇ ਥੋੜਾ ਜਿਹਾ ਟੁਕੜਾ ਜਿਹੜਾ ਬ੍ਰੈਡ ਦਾ ਸੀਗਾ ਮੂੰਹ ਵਿੱਚ ਪਾ ਕੇ ਖਾਧਾ। and said ਕਿਹਾ, son ਬੇਟਾ all the pieces are smelly and sour. ਸਾਰੇ ਦੇ ਸਾਰੇ ਜਿੰਨੇ ਵੀ ਬ੍ਰੈਡ ਦੇ ਟੁਕੜੇ ਹਨ ਉਹ ਖਰਾਬ ਹੋ ਚੁੱਕੇ ਹਨ, ਖੱਟੇ ਹੋ ਚੁੱਕੇ ਹਨ। they are not eatable now. ਉਹਨੂੰ ਖਾਣ ਯੋਗ ਨਹੀਂ ਰਹੇ ਹਨ। they have got mold in the form of dots for keeping the packet open. ਬ੍ਰੈਡ ਦਾ ਜਿਹੜਾ ਪੈਕਟ ਸੀ ਕਹਿੰਦੇ ਖੁੱਲਾ ਰਹਿਣ ਕਰਕੇ ਉਸ ਉੱਤੇ ਉੱਲੀ ਜਿਹੜੀ ਹੈ ਜੰਮ ਚੁੱਕੀ ਹੈਗੀ ਹੈ, ਉੱਲੀ ਲੱਗ ਗਈ ਹੈ। we can fall sick by eating them. ਅਗਰ ਅਸੀਂ ਹੁਣ ਇਹਨਾਂ ਨੂੰ ਖਾਵਾਂਗੇ ਤਾਂ ਅਸੀਂ ਬਿਮਾਰ ਪੈ ਜਾਵਾਂਗੇ। ਹੁਣ ਅੱਗੇ ਗੌਰਵ ਤੇ ਉਸਦੇ ਮੰਮੀ ਦੀ ਗੱਲਬਾਤ ਆ ਜਿਹੜੇ ਅਸੀਂ ਪੜਾਂਗੇ ਹੁਣ। ਗੌਰਵ ਕਹਿੰਦਾ ਹੈ but mother, rice, pulses and other products brought with bread didn't spoil. Why? ਮੰਮੀ ਪਰ ਚਾਵਲ, ਦਾਲਾਂ ਤੇ ਹੋਰ ਜਿਹੜੇ ਪ੍ਰੋਡਕਟਸ ਨੇ ਜਿਹੜੇ ਬ੍ਰੈਡ ਦੇ ਨਾਲ ਹੀ ਡੈਡੀ ਲੈ ਕੇ ਆਏ ਸੀ ਉਹ ਤਾਂ ਖਰਾਬ ਨਹੀਂ ਹੋਏ, ਕਿਉਂ? Mother, son, all the food products do not spoil at the same time. ਸਾਰੇ ਦੇ ਸਾਰੇ ਬੇਟਾ, ਸਾਰੇ ਦੇ ਸਾਰੇ ਜਿਹੜੇ ਪਦਾਰਥ ਨੇ ਖਾਣੇ ਦੇ ਉਹ ਇੱਕੋ ਸਮੇਂ ਜਿਹੜੇ ਆ ਖਰਾਬ ਨਹੀਂ ਹੁੰਦੇ ਹਨ। Green vegetables, milk and milk products, sweets, meat, bread, wet food products spoil soon. ਕਹਿੰਦੇ ਜਿਹੜੀਆਂ ਹਰੀਆਂ ਸਬਜ਼ੀਆਂ, ਦੁੱਧ ਤੋਂ ਬਣੀਆਂ ਚੀਜ਼ਾਂ ਜਿੱਦਾਂ ਪਨੀਰ, ਮੱਖਣ, ਘਿਓ, ਸਵੀਟਸ, ਮਿਠਾਈਆਂ, ਮੀਟ, ਬ੍ਰੈਡ ਤੇ ਜਿਹੜਾ ਗਿੱਲਾ ਖਾਣਾ ਹੁੰਦਾ ਹੈ ਉਹ ਜਲਦੀ ਜਿਹੜਾ ਖਰਾਬ ਹੋ ਜਾਂਦਾ ਹੈ। On the other hand, dry grains, wheat, rice, maize, pearl millet, pulses remain safe for many months. So ਅਗਰ ਦੂਜੇ ਪਾਸੇ ਅਸੀਂ ਗੱਲ ਕਰੀਏ ਤੇ ਸੁੱਕੇ ਹੋਏ ਜਿਹੜੇ ਦਾਣੇ ਹੁੰਦੇ ਨੇ ਜਿੱਦਾਂ ਕਣਕ, ਚਾਵਲ, ਹੋਰ ਵੀ ਕਈ ਤਰ੍ਹਾਂ ਦੀਆਂ ਦਾਲਾਂ, ਛੋਲੇ, ਰਾਜਮਾ, ਇਹ ਜਿਹੜੇ ਹੁੰਦੇ ਨੇ ਉਹ ਕਾਫੀ ਲੰਮੇ ਸਮੇਂ ਤੱਕ ਸੇਫ ਰਹਿੰਦੇ ਨੇ, ਕਾਫੀ ਮਹੀਨਿਆਂ ਤੱਕ ਚੱਲ ਜਾਂਦੇ ਨੇ। ਤੁਸੀਂ ਇੱਕ ਸਾਈਡ ਖੱਬੇ ਪਾਸੇ ਦੇਖ ਸਕਦੇ ਹੋ ਕਿ ਇੱਥੇ ਇੱਕ ਉੱਲੀ ਲੱਗਾ ਹੋਇਆ ਮੋਲਡਰਿੰਗ ਬ੍ਰੈਡ ਹੈ ਤੇ ਇੱਧਰ ਸੁੱਕੇ ਹੋਏ ਜਿਹੜੇ ਦਾਣੇ ਜਿੱਦਾਂ ਚਾਵਲ, ਕਣਕ ਤੇ ਕੁਝ ਦਾਲਾਂ ਜਿਹੜੀਆਂ ਤੁਸੀਂ ਇੱਥੇ ਦੇਖ ਸਕਦੇ ਹੋ ਬੋਰੀਆਂ ਵਿੱਚ। ਸੋ ਐਕਟੀਵਿਟੀ ਹੈ ਪਹਿਲੀ, students will collect the samples of different food products such as bread, chapati, pulses, wheat and vegetables. ਸੋ ਕਹਿੰਦੇ ਸਟੂਡੈਂਟਸ ਬੱਚਿਆਂ ਨੂੰ ਕਹਿ ਰਹੇ ਨੇ ਕਿ ਬੱਚੇ ਤੁਸੀਂ ਅਲੱਗ-ਅਲੱਗ ਜਿਹੜੇ ਆ ਖਾਣੇ ਦੇ ਪਦਾਰਥ ਜਿਹੜੇ ਨੇ ਉਹਨਾਂ ਦੇ ਸੈਂਪਲਸ ਇਕੱਠੇ ਕਰਨੇ ਨੇ ਜਿੱਦਾਂ ਕਿ ਬ੍ਰੈਡ, ਰੋਟੀ, ਦਾਲਾਂ, ਕਣਕ ਤੇ ਸਬਜ਼ੀਆਂ। they will keep them in the open. ਤੁਸੀਂ ਫਿਰ ਕੀ ਕਰਨਾ, ਇਹਨਾਂ ਨੂੰ ਖੁੱਲੇ ਵਿੱਚ ਰੱਖ ਦੇਣਾ ਹੈ। after 5-6 days they will observe them and discuss and write about them. ਫਿਰ ਤੁਸੀਂ 5 ਦਿਨਾਂ ਬਾਅਦ ਉਹਨਾਂ ਨੂੰ observe ਕਰੋ ਤੇ ਦੇਖੋ ਤੇ ਆਪਸ ਵਿੱਚ discussion ਕਰੋ ਤੇ ਲਿਖੋ ਉਹਨਾਂ ਬਾਰੇ ਕਿ ਉਹਨਾਂ ਦਾ ਜਿਹੜਾ ਹੈਗਾ ਹੈ ਕਿ ਉਹਨਾਂ ਵਿੱਚ ਕਿਹੜੀ ਚੀਜ਼ ਖਰਾਬ
हो गई है तो केड़ी अजे सही है। नेक्स्ट ਤੁਹਾਡੇ क्वेश्चन ने पहला क्वेश्चन है which kind of food product decay soon ਇਦਾਂ ਦੇ ਜਿਹੜੇ ਖਾਣੇ ਨੇ ਕਿਹੜੇ ਖਾਣੇ ਦੇ ਪਦਾਰਥ ਜਿਹੜੇ ਜਲਦੀ ਖਰਾਬ ਹੋ ਜਾਂਦੇ ਹਨ ਅਸੀਂ ਉੱਤੇ ਪੜ੍ਹ ਕੇ ਹੀ ਆਏ ਹਾਂ। ਪਹਿਲਾ ਜਿਹੜਾ ਤੁਹਾਡਾ ਪ੍ਰਸ਼ਨ ਦਾ ਉੱਤਰ ਹੈ ਪਹਿਲੇ क्वेश्चन ਦਾ ਆਨਸਰ ਹੈ ਜਿਹੜਾ ਉਹ ਤੁਹਾਡਾ ਇੱਥੇ ਲਿਖਿਆ ਹੋਇਆ ਹੈ green vegetables, milk products, sweets, meat, bread and other wet food products spoil soon. So ਇਹ ਜਿਹੜਾ ਹੈ ਖਾਣੇ ਜਿੱਦਾਂ ਕਿ ਹਰੀਆਂ ਸਬਜ਼ੀਆਂ ਮਿਲਕ ਤੋਂ ਬਣੇ ਜਿਹੜੇ ਪਦਾਰਥ ਹੁੰਦੇ ਨੇ ਮਿਠਾਈਆਂ ਬ੍ਰੈਡ ਇਹ ਜਲਦੀ ਖਰਾਬ ਹੋ ਜਾਂਦੇ ਨੇ। ਤੁਹਾਡਾ ਇਹ ਆਨਸਰ ਹੈ ਇੱਥੋਂ। ਨੈਕਸਟ ਕੁਐਸਚਨ ਜਿਹੜਾ ਹੈ ਨੈਕਸਟ ਕੁਐਸਚਨ ਜਿਹੜਾ ਤੁਹਾਡੇ ਕੋਲ ਹੈ which kind of food product do not decay soon ਕਿਸ ਤਰ੍ਹਾਂ ਦਾ ਖਾਣਾ ਜਿਹੜਾ ਹੈ ਕਹਿੰਦੇ ਜਲਦੀ ਖਰਾਬ ਨਹੀਂ ਹੁੰਦਾ ਹੈ। ਉਹ ਲਿਖਿਆ ਹੋਇਆ ਹੈ dry grains, wheat, rice, maize, pearl millet and pulses remain safe for many months. Next, Gaurav कहता है अपनी मम्मी नु mother how can we preserve the early decaying products कहते ਅਸੀਂ ਜਿਹੜੇ ਛੇਤੀ ਖਰਾਬ ਹੋਣ ਵਾਲੀਆਂ ਚੀਜ਼ਾਂ ਨੇ ਅਸੀਂ ਉਹਨਾਂ ਨੂੰ ਸੰਭਾਲ ਕੇ ਕਿੱਦਾਂ ਰੱਖ ਸਕਦੇ ਹਾਂ। ਮਦਰ ਕਹਿ ਰਹੀ ਹੈ ਆਪਣੇ ਬੇਟੇ ਨੂੰ ਬੇਟਾ son we have to preserve food products with some methods ਬੇਟਾ ਸਾਨੂੰ ਕੁਝ ਤਰੀਕਿਆਂ ਦੇ ਨਾਲ ਕੁਝ ਮੈਥਡਸ ਦੇ ਨਾਲ ਜਿਹੜਾ ਹੈ ਖਾਣੇ ਦੇ ਜਿਹੜੇ ਪਦਾਰਥ ਨੇ ਉਹਨਾਂ ਨੂੰ ਅਸੀਂ ਸੰਭਾਲ ਕੇ ਰੱਖ ਸਕਦੇ ਹਾਂ so that they may be used for long ਤਾਂ ਕਿ ਅਸੀਂ ਲੰਬੇ ਸਮੇਂ ਤੱਕ ਉਹਨਾਂ ਨੂੰ ਵਰਤੋਂ ਜਿਹੜੀ ਹੈ ਉਹਨਾਂ ਦੀ ਕਰ ਸਕੀਏ। no I will tell you some methods ਹੁਣ ਮੈਂ ਤੁਹਾਨੂੰ ਕੁਝ ਜਿਹੜੇ ਮੈਥਡਸ ਨੇ ਉਹ ਦੱਸਾਂਗੀ। ਸਭ ਤੋਂ ਪਹਿਲਾਂ ਜਿਹੜਾ ਹੈ ਉਹ ਤੇ ਹੈਗਾ ਹੈ ਰੈਫਰੀਜਰੇਸ਼ਨ green vegetables ਹਰੀਆਂ ਸਬਜ਼ੀਆਂ fruits milk wheat bread etc are kept safe by keeping them in fridge ਕਹਿੰਦੇ ਜਿਹੜੀਆਂ ਹਰੀਆਂ ਸਬਜ਼ੀਆਂ ਨੇ ਫਲ ਦੁੱਧ ਮੀਟ ਬ੍ਰੈਡ ਐਵੇਂ ਦੀਆਂ ਜਿਹੜੀਆਂ ਚੀਜ਼ਾਂ ਨੇ ਅਸੀਂ ਫ੍ਰਿਜ ਵਿੱਚ ਰੱਖ ਕੇ ਉਹਨਾਂ ਨੂੰ ਜਿਹੜੀਆਂ ਸੇਫ ਕਰ ਸਕਦੇ ਕੁਝ ਸਮੇਂ ਤੱਕ ਅਸੀਂ ਵਰਤ ਸਕਦੇ ਉਹਨਾਂ ਨੂੰ। low temperature in fridge stops the growth of microbes ਜਿਹੜਾ ਘੱਟ ਤਾਪਮਾਨ ਹੁੰਦਾ ਹੈਗਾ ਫ੍ਰਿਜ ਦੇ ਵਿੱਚ ਉਹ ਮਾਈਕਰੋ ਆਰਗੇਨਿਜ਼ਮ ਜਿਹੜੇ ਹੁੰਦੇ ਨੇ ਮੀਨਸ ਦਾ ਮੋਲਡਰਿੰਗ ਉੱਤੇ ਬ੍ਰੈਡ ਦੀ ਹੋ ਗਈ ਸੀ ਉਹਦਾ ਉਸ ਤੋਂ ਹੋਣ ਤੋਂ ਬਚਾਉਂਦੇ ਜਿਹੜਾ ਘੱਟ ਤਾਪਮਾਨ ਹੁੰਦਾ ਫ੍ਰਿਜ ਦੇ ਵਿੱਚ। ਨੈਕਸਟ ਤੁਹਾਡਾ ਸੈਕੰਡ ਮੈਥਡ ਹੈ boiling we can preserve milk for the boiling लिखा है ऐसे mistake by mistake d पाया है boiling आएगा boiling we can preserve milk for some time by boiling ਅਸੀਂ ਕਹਿੰਦੇ ਦੁੱਧ ਨੂੰ ਜਿਹੜਾ ਹੈ ਫਟਣ ਤੋਂ ਬਚਾ ਸਕਦੇ ਹਾਂ ਖਰਾਬ ਹੋਣ ਤੋਂ ਬਚਾ ਸਕਦੇ ਹਾਂ ਅਸੀਂ ਉਸ ਨੂੰ ਦੁੱਧ ਨੂੰ ਉਬਾਲ ਕੇ ਰੱਖ ਲਵਾਂਗੇ ਤਾਂ। ਥਰਡ ਹੈ adding sugar your grandmother prepares ਮੁਰੱਬਾ of different fruits ਤੁਹਾਡੇ ਦਾਦੀ ਮਾਂ ਅਲੱਗ-ਅਲੱਗ ਤਰ੍ਹਾਂ ਦਾ ਮੁਰੱਬਾ ਕਹਿੰਦੇ ਅਲੱਗ-ਅਲੱਗ ਫਰੂਟਸ ਦਾ ਬਣਾ ਕੇ ਰੱਖਦੇ ਹੋਣਗੇ। a lot of sugar is added to ਮੁਰੱਬਾ to keep safe for a long time so sugar ਮੁਰੱਬੇ ਦੇ ਵਿੱਚ ਪਾ ਕੇ ਜਦੋਂ ਅਸੀਂ ਰੱਖਦੇ ਹਾਂ ਉਸ ਨੂੰ ਲੰਬੇ ਸਮੇਂ ਤੱਕ ਪ੍ਰੀਜ਼ਰਵ ਕਰਕੇ ਉਹ ਰੱਖਦਾ ਹੈ on sugar। fourth ਤੁਹਾਡੇ ਕੋਲ ਹੈਗਾ salting ਮਤਲਬ ਜਿੱਦਾਂ ਨਮਕ ਦੇ ਵਿੱਚ ਨਮਕ ਜਿਹੜਾ ਹੈਗਾ ਅਸੀਂ ਨਾ ਪਾਉਂਦੇ ਹਾਂ ਅਚਾਰ ਦੇ ਵਿੱਚ ਆਮਲਾ ਜਾਂ ਫਿਰ ਚਿਲੀ ਦਾ ਜਿਹੜਾ ਅਚਾਰ ਹੁੰਦਾ ਹੈ ਅਸੀਂ ਉਹਦੇ ਵਿੱਚ ਪਾਉਂਦੇ ਹਾਂ ਤੇ ਲੰਬੇ ਸਮੇਂ ਤੱਕ ਜਿਹੜਾ ਅਸੀਂ ਯੂਜ਼ ਕਰ ਸਕਦੇ ਹਾਂ। your aunt makes pickle by adding salt to mangoes ਆਮਲਾ and chili ਤੁਹਾਡੇ ਜਿਹੜੇ ਚਾਚੀ ਜੀ ਨੇ ਉਹ ਅਚਾਰ ਬਣਾਉਂਦੇ ਨੇ by adding pickle ਅਚਾਰ ਨੂੰ ਕਹਿੰਦੇ ਆ ਕਹਿੰਦੇ ਨਮਕ ਪਾ ਕੇ ਜਿੱਦਾਂ ਅੰਬ ਦਾ ਅਚਾਰ ਆਮਲੇ ਦਾ ਮਿਰਚਾਂ ਦਾ ਅਚਾਰ ਬਣਾਉਂਦੇ ਨੇ ਉਹ in this way ਇਸ ਤਰੀਕੇ ਦੇ ਨਾਲ they can be consumed for long ਉਹ ਲੰਬੇ ਸਮੇਂ ਤੱਕ ਜਿਹੜੇ ਨੇ ਘਰ ਵਿੱਚ ਅਸੀਂ ਯੂਜ਼ ਕਰਦੇ ਆ। oiling ਪੰਜਵਾਂ ਜਿਹੜਾ ਮੈਥਡ ਹੈ ਉਹ ਹੈਗਾ oiling pickle of different fruits and vegetables is made by adding oil to them ਕਹਿੰਦੇ ਜਿਹੜਾ ਪਿਕਲ ਅਚਾਰ ਹੈ ਅਲੱਗ-ਅਲੱਗ ਫਲਾਂ ਦਾ ਅਲੱਗ-ਅਲੱਗ ਸਬਜ਼ੀਆਂ ਦਾ ਅਸੀਂ ਉਸ ਵਿੱਚ ਆਇਲ ਪਾ ਕੇ ਅਸੀਂ ਉਸ ਨੂੰ ਰੱਖ ਸਕਦੇ ਹਾਂ ਲੰਬੇ ਸਮੇਂ ਤੱਕ they remain safe for long time ਤੇ ਉਹ ਸੇਫ ਜਿਹੜੇ ਨੇ ਰਹਿ ਸਕਦੇ ਆ ਲੰਬੇ ਸਮੇਂ ਵਾਸਤੇ ਚੱਲ ਸਕਦੇ ਨੇ। ਸੋ ਪਹਿਲਾਂ ਤੁਸੀਂ ਜਿਹੜਾ ਪੜਿਆ ਮੈਥਡ ਤੁਸੀਂ ਫ੍ਰਿਜ ਦੇਖ ਰਹੇ ਹੋ ਤੇ ਕਿਹੜਾ ਮੈਥਡ ਹੋਏਗਾ ਰੈਫਰੀਜਰੇਸ਼ਨ ਹੈ। ਨੈਕਸਟ ਸੈਕਿੰਡ ਜਿਹੜਾ ਅਲੱਗ-ਅਲੱਗ ਫਲਾਂ ਦਾ ਜਿਹੜਾ ਮੁਰੱਬਾ ਜਿੱਦਾਂ ਪਾਇਆ ਆ ਤੇ ਅਸੀਂ ਉਹਨੂੰ ਕੀ ਕਹਿ ਦਿੰਦੇ ਹੈਗੇ ਆ salting ਕਿ adding sugar ਤੇ ਇੱਕ ਜਿਹੜਾ ਅਚਾਰ ਪਾਉਣਾ ਅਸੀਂ ਉਹਨੂੰ ਕਹਿ ਦਿੰਦੇ ਹੈਗੇ ਆ salting ਕਰਨਾ ਤੇ oiling ਕਰਨਾ ਠੀਕ ਹੈ। ਸੋ ਇਹ ਮੈਥਡਸ ਨੇ ਫੂਡ ਕਿੱਦਾਂ ਅਸੀਂ ਸਟੋਰ ਤੇ ਕਿੱਦਾਂ ਅਸੀਂ ਪ੍ਰੀਜ਼ਰਵ ਜਿਹੜਾ ਉਹ ਰੱਖ ਸਕਦੇ ਹਾਂ। ਨੈਕਸਟ ਇੱਕ ਹੁੰਦਾ ਹੈ ਕੈਨਿੰਗ ਮਤਲਬ ਕੈਨਸ ਦੇ ਵਿੱਚ ਪਾ ਕੇ ਅਸੀਂ ਚੀਜ਼ਾਂ ਨੂੰ ਰੱਖਣੀਆਂ ਤਾਂ ਦੇਖੋ ਇੱਕ ਤੁਹਾਡਾ ਮੈਥਡ ਹੈ ਆਇਲ ਪਾਇਆ ਹੋਇਆ ਇਹਦੇ ਵਿੱਚ ਠੀਕ ਹੈ ਇਹ ਡਰਾਈਂਗ ਹੈ ਤੇ ਇਹ ਕੈਨਿੰਗ ਹੈ ਓਕੇ। ਸੋ ਦੇਖੋ ਕੈਨਿੰਗ nowadays ਕਹਿੰਦੇ ਅੱਜ ਕੱਲ ਕੀ ਹੋ ਰਿਹਾ ਹੈ ਨਿਊ ਤਕਨੀਕ ਨਵੀਆਂ ਤਕਨੀਕ ਜਿਹੜੀਆਂ ਨੇ ਅਸੀਂ ਯੂਜ਼ ਕਰ ਰਹੇ ਹਾਂ ਖਾਣੇ ਨੂੰ ਭੋਜਨ ਨੂੰ ਸੇਫ ਰੱਖਣ ਵਾਸਤੇ ਵਿਦ ਦਿਸ ਤਕਨੀਕ ਇਸ ਤਕਨੀਕ ਦੇ ਨਾਲ ਫੂਡ ਇਜ਼ ਪ੍ਰੋਪਰਲੀ ਪੈਕਡ ਇਨ ਅ ਕੈਨ ਖਾਣਾ ਜਿਹੜਾ ਹੈ ਕਹਿੰਦੇ ਪ੍ਰੋਪਰਲੀ ਉਹਨੂੰ ਪੈਕ ਰੱਖਿਆ ਹੋਇਆ ਕੈਨ ਦੇ ਵਿੱਚ ਐਜ਼ ਇਟ
एयर प्रूफ क्योंकि एयर प्रूफ हो जाता है तो इस करके जो खाना है वो लंबे समय तक जो रहिंदा है ते वो उस उत्ते जिहड़े माइक्रोब्स हुंदे हैगे ने वो ते अटैक नहीं कर पाउंदे हैगे बट सन बिफोर परचेजिंग अ पैक्ड फूड कहंदे कि पैक फूड जिहड़ा है ਉਹਨੂੰ ਖਰੀਦਣ ਤੋਂ ਪਹਿਲਾਂ ਸਾਨੂੰ ਜਿਹੜੀ ਡੇਟ ਹੈ ਉਹਦੀ ਕਿਸ ਦਿਨ ਉਹ ਪੈਕ ਹੋਇਆ ਆ ਕਿ ਉਹਦੀ ਐਕਸਪਾਇਰੀ ਡੇਟ ਕੀ ਹੈਗੀ ਹੈ ਤੇ ਕੀ ਟਾਈਮ ਹੈ ਉਹਦਾ ਕੰਜ਼ੰਪਸ਼ਨ ਦਾ ਮਤਲਬ ਕਿੰਨਾ ਸਮੇਂ ਅਸੀਂ ਇਹਨੂੰ ਯੂਜ਼ ਕਰ ਸਕਦੇ ਆ ਅਸੀਂ ਸਾਨੂੰ ਸਭ ਚੀਜ਼ਾਂ ਜਿਹੜੀਆਂ ਚੈੱਕ ਜਿਹੜੀਆਂ ਕਰਨੀਆਂ ਚਾਹੀਦੀਆਂ ਨੇ ਕੋਈ ਵੀ ਕੈਨ ਵਾਲੀ ਚੀਜ਼ ਜਿਹੜੀ ਖਰੀਦਣ ਤੋਂ ਪਹਿਲਾਂ ਡਰਾਇੰਗ ਸੁਕਾਉਣਾ ਜਿੱਦਾਂ ਅਸੀਂ ਮਿਰਚਾਂ ਘਰੇ ਹਨਾ ਤੇ ਉਹ ਸੁਕਾਉਣੇ ਆ ਐਪਲ ਫਿਗ ਡਰਾਈ ਫਰੂਟਸ ਜਿਹੜੇ ਹੁੰਦੇ ਨੇ ਅਸੀਂ ਉਹਨਾਂ ਨੂੰ ਸੁਕਾਉਣੇ ਆ ਧੁੱਪ ਵਿੱਚ ਰੱਖਦੇ ਆ ਤਾਂ ਕਿ ਅਸੀਂ ਲੰਬੇ ਸਮੇਂ ਤੱਕ ਜਿਹੜਾ ਅਸੀਂ ਇਹਨਾਂ ਨੂੰ ਯੂਜ਼ ਕਰ ਸਕੀਏ ਤੇ ਲੋਕੀ ਤੁਲਸੀ ਦੇ ਪੱਤੇ ਜਿਹੜੇ ਹੁੰਦੇ ਉਹ ਤੁਲਸੀ ਨੂੰ ਘਰੇ ਸੁਕਾਉਂਦੇ ਨੇ ਤਾਂ ਕਿ ਗਰਮੀਆਂ ਵਿੱਚ ਫਰਦਰ ਉਹ ਯੂਜ਼ ਕਰ ਸਕਣ ਜਦੋਂ ਸਰਦੀਆਂ ਵਿੱਚ ਯੂਜ਼ ਕਰ ਸਕਣ ਹਨਾ ਤੇ ਕਈ ਹੋਰ ਚੀਜ਼ਾਂ ਨੇ ਮਿਰਚਾਂ ਜਿੱਦਾਂ ਹੋ ਗਈਆਂ ਤੇ ਤੁਸੀਂ ਪੜ੍ਹ ਸਕਦੇ ਹੋ ਕੋਰੀਐਂਡਰ ਟਰਨਿਪ शलगम जिंजर आंवला एप्पल फिग ठीक है अंजीर ये सारी चीजें ਜਿਹੜੀਆਂ ਹੈਗੀਆਂ ਸਨਲਾਈਟ ਦੇ ਵਿੱਚ ਰੱਖੀਆਂ ਜਾਂਦੀਆਂ ਸਨਲਾਈਟ ਦਾ ਸੂਰਜ ਦੀ ਧੁੱਪ ਵਿੱਚ ਰੱਖੀਆਂ ਜਾਂਦੀਆਂ ਤਾਂ ਕਿ ਇਹਨਾਂ ਨੂੰ ਲੰਬੇ ਸਮੇਂ ਤੱਕ ਜਿਹੜਾ ਹੈਗਾ ਵਾ ਯੂਜ਼ ਕਰ ਸਕੀਏ ਨੈਕਸਟ ਤੁਸੀਂ ਇੱਥੇ ਹੁਣ ਖੁਦ ਲਿਖਣਾ ਹੈ ਕਿਹੜਾ ਫੂਡ ਹੈ ਤੇ ਕਿਹੜਾ ਅਸੀਂ ਕੰਜ਼ਰਵੇਸ਼ਨ ਮੈਥਡ ਜਿਹੜਾ ਹੈ ਅਸੀਂ ਯੂਜ਼ ਕਰਦੇ ਹਾਂ ਤੁਹਾਡੀ ਐਕਟੀਵਿਟੀ 2 ਹੈ ਨੈਕਸਟ ਵਾਈ ਇਜ਼ ਇਟ ਨੈਸੈਸਰੀ ਟੂ ਬੋਇਲ ਮਿਲਕ ਕਹਿੰਦੇ ਤੀਜਾ ਕੁਐਸਚਨ ਤੁਹਾਡਾ ਕਿ ਅਸੀਂ ਦੁੱਧ ਨੂੰ ਉਬਾਲਣਾ ਜ਼ਰੂਰੀ ਕਿਉਂ ਹੈ ਬਿਕੋਜ਼ ਇਹ ਕੀ ਜਿਹੜੇ ਅਨਨੈਸੈਸਰੀ ਮਾਈਕਰੋਬਸ ਹੁੰਦੇ ਨੇ ਉਹਨਾਂ ਨੂੰ ਮੈਂ ਮਾਰ ठीक है which खराब होने तो दूध ਨੂੰ ਬਚਾਉਂਦੀ ਹੈ it is necessary to boil milk preserve it okay so we can preserve milk for some time by boiling ਅਗਲਾ ਜਿਹੜਾ ਪ੍ਰਸ਼ਨ ਹੈ ਤੁਹਾਡਾ what kind of ਮੁਰੱਬਾਸ have you eaten ਕਿਸ ਤਰੀਕੇ ਦਾ ਕਹਿੰਦੇ ਮੁਰੱਬਾ ਤੁਸੀਂ ਖਾਧਾ ਹੈ ਇਹ ਤੁਸੀਂ ਖੁਦ ਲਿਖ ਸਕਦੇ ਹੋ ਕਿ ਕਿਸ ਤਰ੍ਹਾਂ ਦਾ ਮੁਰੱਬਾ ਐਪਲ ਦਾ ਗਾਜਰ ਦਾ ਠੀਕ ਹੈ ਤੇ ਇਹ ਜਿਹੜਾ ਮੁਰੱਬਾ ਹੁੰਦਾ ਕਈ ਫਲਾਂ ਦਾ ਜਿਹੜਾ ਬਣਾਇਆ ਜਾਂਦਾ ਆਮਲੇ ਦਾ ਮੁਰੱਬਾ ਵੀ ਬਣਦਾ ਹੈ ਸੋ ਨੈਕਸਟ ਕੁਐਸਚਨ ਹੈ ਤੁਹਾਡਾ ਹਾਊ ਕੈਨ ਦ ਡਿਕੇਇੰਗ ਆਫ ਫੂਡ ਬੀ ਅਸੈਸਡ ਕਿਸ ਤਰ੍ਹਾਂ ਅਸੀਂ ਕਹਿੰਦੇ ਕਿ ਜਿਹੜਾ ਖਾਣਾ ਹੈ ਅਸੀਂ ਖਰਾਬ ਹੋਣ ਤੋਂ ਬਚਾ ਸਕਦੇ ਹਾਂ ਇਹ ਸਾਰੇ ਮੈਥਡਸ ਉੱਤੇ ਪੜ੍ਹ ਕੇ ਆਏ ਆ ਕਿ ਕੈਨਿੰਗ ਕਰਕੇ ਡਰਾਈਂਗ ਮੈਥਡ ਹੈ ਆਇਲਿੰਗ ਸਾਲਟਿੰਗ ਐਡਿੰਗ ਸ਼ੂਗਰ ਬੋਇਲਿੰਗ ਰੈਫਰੀਜਰੇਸ਼ਨ ਇਹ ਸਾਰੇ ਕੁਝ ਮੈਥਡਸ ਨੇ ਜਿਸ ਨਾਲ ਅਸੀਂ ਕਰ ਸਕਦੇ ਹਾਂ ਖਾਣੇ ਨੂੰ ਪ੍ਰੀਜ਼ਰਵ ਕਰਕੇ ਜਿਹੜਾ ਉਹ ਰੱਖ ਸਕਦੇ ਹਾਂ what kind of food is kept in the fridge for preservation ਕਿਸ ਤਰੀਕੇ ਦਾ ਖਾਣਾ ਜਿਹੜਾ ਕਹਿੰਦੇ ਅਸੀਂ ਫ੍ਰਿਜ ਦੇ ਵਿੱਚ ਜਿਹੜਾ ਰੱਖ ਸਕਦੇ ਹਾਂ ਤਾਂ ਕਿ ਉਹ ਸੇਫ ਰਹਿ ਸਕੇ ਸੋ ਜਿੱਦਾਂ ਮਿਲਕ ਹੋ ਗਿਆ ਵੈਜੀਟੇਬਲਸ ਫਰੂਟਸ ਬ੍ਰੈਡ ਮੀਟ ਐਵੇਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ we can keep them in fridge at low temperature to prevent microbes to well next question है ਤੁਸੀਂ ਇਹ ਦੇਖੋ ਕਹਿੰਦੇ type of food और कोई मेडिसिन देखो ਤੁਸੀਂ ਉਹਦੀ ਡੇਟ ਆਫ ਪੈਕਿੰਗ ਤੁਹਾਡੀ ਐਕਟੀਵਿਟੀ ਹੈ ਜਿਹੜੀ ਤੁਸੀਂ ਕਰਨੀ ਹੈਗੀ ਘਰ ਵਿੱਚ ਕਈ ਮੈਡੀਸਿਨਸ ਜਿਸ ਤਰ੍ਹਾਂ ਤੁਹਾਡੇ ਗ੍ਰੈਂਡਫਾਦਰ ਜਾਂ ਗ੍ਰੈਂਡਮਦਰ ਖਾਂਦੇ ਹੋਣਗੇ ਕੋਈ ਹੈਡੇਕ ਵਾਸਤੇ ਕੋਈ ਜਾਂ ਫਿਰ ਸਟਮਕ ਪੇਨ ਵਾਸਤੇ ਕੋਈ ਮੈਡੀਸਿਨ ਹੋਏਗੀ ਜਾਂ ਫਿਰ ਘਰੇ ਕੋਈ ਕੈਨ ਵਗੈਰਾ ਕੋਈ ਪੈਕਿੰਗ ਵਾਲਾ ਮਟੀਰੀਅਲ ਤੁਸੀਂ ਲੈ ਕੇ ਆਏ ਹੋਵੋਗੇ ਦੁੱਧ ਦਾ ਕੋਈ ਪੈਕੇਟ ਹੋਏਗਾ ਤੇ ਤੁਸੀਂ ਉਸ ਨੂੰ ਵੇਖੋ ਤੇ ਉਸ ਦਾ ਨਾਮ ਲਿਖੋ ਉਸਦੀ ਕਿਹੜੀ ਡੇਟ ਨੂੰ ਪੈਕ ਹੋਈ ਆ ਕਿਸ ਡੇਟ ਕਿਹੜੀ ਡੇਟ ਐਕਸਪਾਇਰੀ ਹੈ ਤੇ ਕਿਸ ਕਿੰਨਾ ਟਾਈਮ ਲਿਖਿਆ ਹੋਇਆ ਹੈ ਕਿ ਯੂਜ਼ ਕਰੋ ਤੇ ਲਿਖਿਆ ਹੁੰਦਾ ਹੈ ਪੈਕੇਟ ਦੇ ਉੱਤੇ ਜਿੱਦਾਂ ਕਿ ਯੂਜ਼ ਬਿਫੋਰ 2 months ਹੈ ਨਾ ਆਫਟਰ ਪਰਚੇਜਿੰਗ ਸੋ ਇਹਨਾਂ ਚੀਜ਼ਾਂ ਦਾ ਤੁਸੀਂ ਨੋਟ ਡਾਊਨ ਕਰਨਾ ਹੈ ਗੌਰਵ saw his father spreading wheat in the sunlight ਸੋ ਆਪਣੇ ਆਪਣੇ ਪਾਪਾ ਨੂੰ ਗੌਰਵ ਦੇਖਦਾ ਹੈ ਕਿ ਉਹ ਧੁੱਪ ਦੇ ਵਿੱਚ ਜਿਹੜੀ ਵੀਟ ਹੈ ਕਣਕ ਹੈ ਉਹ ਵਿਛਾ ਰਹੇ ਹੁੰਦੇ ਨੇ ਫੈਲਾ ਰਹੇ ਨੇ ਤਾਂ ਕਿ ਧੁੱਪ ਮਿਲ ਸਕੇ asked why he was doing so ਤੁਹਾਨੂੰ ਪੁੱਛਦੇ ਨੇ ਗੌਰਵ ਪੁੱਛਦਾ ਆਪਣੇ ਪਾਪਾ ਨੂੰ ਕਿ ਤੁਸੀਂ ਕਿਉਂ ਇਦਾਂ ਕਰ ਰਹੇ ਹੋ father son father ਫਿਰ ਕੀ ਕਹਿੰਦੇ ਨੇ ਅੱਗੋਂ sun green like wheat is used for the whole year ਕਹਿੰਦੇ ਜਿਹੜੇ ਇਸ ਦਾਣੇ ਹੁੰਦੇ ਨੇ ਕਣਕ ਜਿੱਦਾਂ ਸਾਰਾ ਸਾਲ ਇਹਨੂੰ ਵਰਤਣਾ ਹੁੰਦਾ ਹੈ so it is dried up in the sunlight ਇਸ ਲਈ ਅਸੀਂ ਇਸ ਨੂੰ ਧੁੱਪ ਦੇ ਵਿੱਚ ਸੁਕਾ ਰਹੇ ਹਾਂ to remove wetness from it ਕਿ ਜਿਹਦੇ ਵਿੱਚ ਜਿਹੜੀ ਸਿੱਲ ਹੈ ਜਿਹੜਾ ਨਮੀ ਕੁਝ ਹੈਗੀ ਤੇ ਉਹ ਇਹਦੇ ਵਿੱਚੋਂ ਰਿਮੂਵ ਹੋ ਜਾਏ after cooling down in the evening ਕਹਿੰਦੇ ਠੰਡਾ ਹੋਣ ਤੋਂ ਬਾਅਦ ਸ਼ਾਮ ਨੂੰ ਠੰਡਾ ਹੋਣ ਤੋਂ ਬਾਅਦ this wheat will be filled in the drum ਇਹ ਜਿਹੜੀ ਹੈਗੀ ਹੈ ਕਣਕ ਅਸੀਂ ਇਸ ਨੂੰ ਡਰਮ ਦੇ ਵਿੱਚ ਪੂਰੀ ਭਰ ਦੇਵਾਂਗੇ if we fill the drum with wet wheat ਅਗਰ ਇਹ ਜਿਹੜਾ ਕਹਿੰਦੇ ਡਰਮ ਹੈ ਅਸੀਂ ਇਸ ਨੂੰ ਗਿੱਲੀ ਕਣਕ ਦੇ ਨਾਲ ਅਸੀਂ ਭਰ ਦੇਵਾਂਗੇ ਤੇ ਕੀ ਹੋਏਗਾ ਇਹਦੇ ਉੱਤੇ ਬਗਸ ਲੱਗ ਜਾਣਗੇ ਕੀੜੇ ਲੱਗ ਜਾਣਗੇ ਇਸ ਨੂੰ ਸੁਸਰੀ ਜਾਂ ਲੱਗ ਜਾਵੇਗੀ ਇਦਾਂ ਵੀ ਕਹਿ ਦਿੰਦੇ ਅਸੀਂ ਪੰਜਾਬੀ ਵਿੱਚ ਸੋ ਇਟ ਸ਼ੁੱਡ ਬੀ ਡਰਾਈਡ ਅਪ ਟੂ ਦ ਐਕਸਟੈਂਟ ਦੈਟ ਇਸ ਤਰੀਕੇ ਨਾਲ ਇਸ ਨੂੰ ਸੁਕਾਵਾਂਗੇ ਕਿ ਜਿਹੜਾ ਦਾਣਾ ਜਿਹੜਾ ਹੈਗਾ when the grain is broken with teeth it makes a cracking sound ਸੋ ਦਾਣਾ ਜਿਹੜਾ ਜਦੋਂ ਅਸੀਂ ਮੂੰਹ ਵਿੱਚ ਪਾਈਏ ਆਪਣੇ ਦੰਦ ਲਈ ਤੇ cracking ਦੀ ਸਾਊਂਡ ਜਿਹੜੀ ਆ ਕੜਕਣੇ ਦੀ ਆਵਾਜ਼ ਜਿਹੜੀ ਉਹ ਦਵੇ ਤੇ ਅਸੀਂ ਸਮਝ ਆਂਗੇ ਕਿ ਉਹ ਜਿਹੜਾ ਦਾਣਾ ਹੈ ਹੁਣ ਸੁੱਕ ਚੁੱਕਿਆ ਚੰਗੀ ਤਰ੍ਹਾਂ ਫਿਰ ਅਸੀਂ ਉਹਨੂੰ ਸਟੋਰ ਕਰਾਂਗੇ
ਗ੍ਰੇਨ ਇਨ ਦਾ ਡਰਮ ਸ਼ੁੱਡ ਬੀ ਚੈੱਕਡ ਫਰੋਮ ਟਾਈਮ ਟੂ ਟਾਈਮ। ਕਹਿੰਦੇ ਜਿਹੜੇ ਦਾਣੇ ਹੁੰਦੇ ਨੇ ਸਾਨੂੰ ਜਦੋਂ ਅਸੀਂ ਇਹਦੇ ਕੋਲ ਡਰਮ ਤੁਸੀਂ ਦੇਖ ਸਕਦੇ ਹੋ ਆਪਣੇ ਘਰਾਂ ਵਿੱਚ ਤੁਹਾਡੇ ਕੋਲ ਜਿਵੇਂ ਡਰਮ ਹੋਣਗੇ। ਸੋ ਡਰਮ ਜਿਹੜਾ ਕਹਿੰਦੇ ਕਿ ਇਸ ਤਰ੍ਹਾਂ ਦਾ ਤੇ ਦਾਣਿਆਂ ਵਾਲਾ ਗ੍ਰੇਨ ਡਰਮ ਜਿਹਨੂੰ ਕਹਿੰਦੇ ਆਪਾਂ। ਸੋ ਇਹਨੂੰ ਅਸੀਂ ਸਮੇਂ-ਸਮੇਂ ਸਿਰ ਚੈੱਕ ਕਰਨਾ ਸਾਨੂੰ ਚਾਹੀਦਾ ਹੈਗਾ ਹੈ ਤਾਂ ਕਿ ਕੀੜਾ ਜਿਹੜਾ ਇਹਦੇ ਵਿੱਚ ਨਾ ਲੱਗ ਸਕੇ। ਦੇਖੋ ਧੁੱਪ ਵਿੱਚ ਤੁਸੀਂ ਆਪਣੇ ਘਰਾਂ ਵਿੱਚ ਵੇਖਿਆ ਹੋਵੇਗਾ ਕਿ ਧੁੱਪ ਵਿੱਚ ਕਿੱਦਾਂ ਸੀ ਕਣਕ ਹੈ ਹਨਾ, ਕੱਪੜੇ ਤੇ ਵਿਛਾ ਰੱਖੀ ਹੈ ਉਹਨਾਂ ਨੇ। ਇਹ ਬਿੱਟਲ ਹੈ, ਸੁਸਰੀ ਜਿਹਨੂੰ ਕਹਿ ਦਿੰਦੇ ਆਪਾਂ। ਡਰਮ ਮੈਂ ਰੱਖਿਆ ਹੋਇਆ ਇੱਥੇ। Gaurav, but maternal uncle added pesticides while storing wheat in the drum। ਕਹਿੰਦਾ ਹੈ ਕਿ ਜਿਹੜੇ ਮੈਟਰਨਲ ਮਾਮਾ ਜੀ ਨੇ ਮੇਰੇ, ਉਹ ਕੀ ਕਰਦੇ ਨੇ ਕਿ ਪੈਸਟੀਸਾਈਡਸ ਨੂੰ, ਪੈਸਟ ਨੂੰ ਮਾਰਨ ਵਾਲੀ ਇੱਕ ਦਵਾਈ ਨੂੰ ਪੈਸਟੀਸਾਈਡ ਕਹਿੰਦੇ ਆ, ਉਹ ਐਡ ਕਰਦੇ ਜਦੋਂ ਉਹ ਡਰਮ ਦੇ ਵਿੱਚ ਜਿਹੜੇ ਕਣਕਾਂ ਪਾ ਰਹੇ ਹੁੰਦੇ ਨੇ। he said that after 3 or 4 months, ਕਹਿੰਦਾ ਕਿ 3 ਤੋਂ 4 ਮਹੀਨਿਆਂ ਬਾਅਦ the effect of the pesticide will be over। ਇਹ ਜਿਹੜਾ ਅਸਰ ਹੁੰਦਾ ਹੈ ਪੈਸਟੀਸਾਈਡ ਦਾ ਉਹ ਖਤਮ ਹੋ ਜਾਂਦਾ ਹੈ। ਉਹਨਾਂ ਨੇ ਕਿਹਾ ਹੈ ਮਾਮਾ ਜੀ ਨੇ ਕਿ ਖਤਮ ਹੋ ਜਾਏਗਾ ਤੇ all will be over and the consumption of wheat will not be harmful। ਫਿਰ ਕਣਕ ਨੂੰ ਖਾਣਾ, ਜਿਹੜੀ ਰੋਟੀ ਹੈ ਕਣਕ ਦੀ ਬਣੀ ਉਹ ਖਾਣੀ, ਉਹ ਹਾਰਮਫੁਲ ਜਿਹੜੀ ਨੁਕਸਾਨਦਾਇਕ ਨਹੀਂ ਹੋਵੇਗੀ। ਫਾਦਰ ਫਿਰ ਕੀ ਕਹਿੰਦੇ ਨੇ, poisons used to preserve pulses। ਕਹਿੰਦੇ ਜਿਹੜੇ ਜ਼ਹਿਰ, ਜਿਹੜੇ ਜ਼ਹਿਰੀਲੇ ਚੀਜ਼ਾਂ ਜਿਹੜੀਆਂ ਵਰਤੀਆਂ ਜਾਂਦੀਆਂ ਨੇ ਤਾਂ ਕਿ ਦਾਲਾਂ ਨੂੰ ਅਸੀਂ ਪ੍ਰਜ਼ਰਵ ਕਰ ਸਕੀਏ। ਗ੍ਰੀਨ ਗ੍ਰਾਮ, ਹਰੇ ਛੋਲੇ ਹੁੰਦੇ ਨੇ, ਠੀਕ ਹੈ, ਚਿਕਪੀਸ, ਮੂੰਗ ਦੀ ਦਾਲ, ਮਸਰ ਦੀ ਦਾਲ, ਇਹ ਸਾਰੇ ਕਹਿੰਦੇ ਖਤਰਨਾਕ ਹੁੰਦੇ ਨੇ। ਪ੍ਰੋਟੀਨ ਜਿਹੜੇ ਪਲਸਿਸ ਵਿੱਚ ਹੁੰਦੇ ਨੇ ਕਹਿੰਦੇ ਪੋਇਜ਼ਨ ਨੂੰ ਬੜੀ ਜਲਦੀ ਆਪਣੇ ਅੰਦਰ ਲੈ ਲੈਂਦੇ ਨੇ। when we consume these pulses, ਜਦੋਂ ਅਸੀਂ ਇਹਨਾਂ ਦਾਲਾਂ ਨੂੰ ਖਾਵਾਂਗੇ ਫਿਰ ਕੀ ਹੋਊਗਾ, ਇਹ ਜਿਹੜੇ ਪੋਇਜ਼ਨ ਹੈ which is our body, ਇਹ ਸਾਡੇ ਸਰੀਰ ਦੇ ਵਿੱਚ ਚਲੇ ਜਾਣਗੇ। ਸੋ ਇਟ ਇਜ਼ ਬੈਟਰ ਨਾਟ ਟੂ ਯੂਜ਼ them, ਕਿ ਉਹਨਾਂ ਨੂੰ ਕਹਿੰਦੇ ਬੈਟਰ ਹੈ ਅਸੀਂ ਯੂਜ਼ ਨਾ ਕਰੀਏ ਉਹਨਾਂ ਨੂੰ। ਵੀ ਸ਼ੁੱਡ ਪ੍ਰਜ਼ਰਵ ਪਲਸਿਸ ਐਂਡ ਗ੍ਰੇਨਸ ਵਿਦ ਨੇਚਰਲ ਮੈਥਡ। ਸਾਨੂੰ ਉਹਨਾਂ ਦਾਲਾਂ ਨੂੰ ਤੇ ਉਹਨੇ ਜਿਹੜੇ ਹੈਗੇ ਨੇ ਗ੍ਰੇਨਸ ਨੇ ਸਾਨੂੰ ਨੈਚੁਰਲ ਤਰੀਕਿਆਂ ਦੇ ਨਾਲ ਉਹ ਵਰਤਣੇ ਚਾਹੀਦੇ ਨੇ। ਵੀ ਸ਼ੁੱਡ ਯੂਜ਼ ਮੈਚ ਬਾਕਸਿਸ ਐਂਡ ਲੀਵਸ ਆਫ ਨੀਮ। ਸਾਨੂੰ ਕੀ ਵਰਤਣਾ ਚਾਹੀਦਾ ਹੈਗਾ, ਸਾਨੂੰ ਤੀਲੀਆਂ ਦੀ ਜਿਹੜੀਆਂ ਡੱਬੀਆਂ ਹੁੰਦੀਆਂ, ਠੀਕ ਹੈ, ਘਰ ਵਿੱਚ ਤੁਸੀਂ ਤੀਲਾਂ ਵਾਲੀ ਡੱਬੀ ਵਰਤਦੇ ਹੋਵੋਗੇ, ਤੇ ਕਹਿੰਦੇ ਜਿਹੜੇ ਪੱਤੇ ਨਿੰਮ ਦੇ ਹੁੰਦੇ ਨੇ ਅਸੀਂ ਉਹ ਵਰਤਣੇ ਚਾਹੀਦੇ ਹੈ। ਨੈਚੁਰਲ ਚੀਜ਼ਾਂ ਵਰਤਣੀਆਂ ਚਾਹੀਦੀਆਂ ਵਾ। ਇਹਨਾਂ ਜਿਹੜੇ ਕੀੜੇ ਮਕੌੜੇ ਜਿਹੜੇ ਆਪਣਾ ਲੱਗ ਜਾਂਦੇ ਹੈਗੇ ਨੇ ਕਣਕ ਨੂੰ, ਉਸ ਤੋਂ ਬਚਾਉਣ ਵਾਸਤੇ ਸਾਨੂੰ ਇਹ ਜਿਹੜੀਆਂ ਚੀਜ਼ਾਂ ਨੇ ਵਰਤਣੀਆਂ ਚਾਹੀਦੀਆਂ ਨੇ, ਪੈਸਟੀਸਾਈਡ ਨਹੀਂ ਵਰਤਣੇ ਚਾਹੀਦੇ। ਗੌਰਵ ਕੀ ਕਹਿੰਦਾ ਫਿਰ ਆਪਣੇ ਪਿਤਾ ਜੀ ਨੂੰ, ਕਹਿੰਦੇ ਗੌਰਵ, ਫਾਦਰ we spoil our health by using these pesticides। ਕਹਿੰਦੇ ਅਸੀਂ ਤਾਂ ਫਿਰ ਆਪਣੀ ਸਿਹਤ ਖਰਾਬ ਕਰ ਰਹੇ ਹਾਂ ਇਸ ਤਰੀਕੇ ਨਾਲ ਪੈਸਟੀਸਾਈਡਾਂ ਨੂੰ ਵਰਤ ਕੇ। no I will never buy goods from the shopkeeper in which pesticides are used। ਕਹਿੰਦੇ ਮੈਂ ਹੁਣ ਦੁਕਾਨਦਾਰ ਤੋਂ ਕੋਈ ਵੀ ਉਹ ਸਮਾਨ, ਕੋਈ ਉਹ ਚੀਜ਼ ਜਿਹੜੀ ਨਹੀਂ ਵਰਤਾਂਗਾ, ਨਹੀਂ ਲਵਾਂਗਾ ਜਿਨ੍ਹਾਂ ਦੇ ਵਿੱਚ ਪੈਸਟੀਸਾਈਡਸ ਵਰਤੇ ਹੋਣ। ਫਾਦਰ what is kept in the big sheds built beside our school। ਉਹ ਜਿਹੜੀਆਂ ਵੱਡੀਆਂ ਕਹਿੰਦੇ ਸ਼ੈਡ ਜਿਹੜੀਆਂ ਬਣੀਆਂ ਹੋਈਆਂ ਨੇ ਸਾਡੇ ਸਕੂਲ ਦੇ, ਉਹ ਕੀ ਉਹਦੇ ਵਿੱਚ ਕੀ ਰੱਖਿਆ ਹੋਇਆ ਹੈ। ਫਾਦਰ ਕਹਿੰਦੇ ਨੇ these closed sheds, ਜਿਹੜੀਆਂ ਬੰਦ ਕੀਤੀਆਂ ਹੋਈਆਂ ਸ਼ੈਡਸ ਨੇ, ਇਹ ਕਹਿੰਦੇ ਗਡਾਊਨ, ਇਹਨਾਂ ਨੂੰ ਅਸੀਂ ਗਡਾਊਨ ਕਹਿੰਦੇ ਆ। ਸਰਕਾਰ ਜਿਹੜੀ ਹੈ ਕਹਿੰਦੇ ਗਵਰਨਮੈਂਟ ਕੀਪਸ ਗ੍ਰੇਨਸ ਇਨ them, ਸਰਕਾਰ ਉਹਨਾਂ ਦੇ ਵਿੱਚ ਜਿਹੜੇ ਗ੍ਰੇਨਸ ਹੈ, ਦਾਣੇ ਹੈ, ਕਣਕ ਜਾਂ ਚਾਵਲ ਉਹਦੇ ਵਿੱਚ ਰੱਖਦੀ ਹੋਏਗੀ। ਪਰਚੇਜ ਫਰੋਮ ਦਾ ਫਾਰਮ, ਜੋ ਉਹਨੇ ਕਿਸਾਨਾਂ ਤੋਂ ਖਰੀਦੀ ਹੁੰਦੀ। ਪਰਚੇਜ ਦਾ ਮਤਲਬ ਕੀ ਹੁੰਦਾ ਹੈ, ਖਰੀਦਣਾ। to save grains from moisture, तो ਕਹਿੰਦੇ ਦਾਣਿਆਂ ਨੂੰ ਬਚਾਉਣ ਵਾਸਤੇ, ਸੇਵ ਕਰਨ ਵਾਸਤੇ ਮੋਇਸਚਰ ਤੋਂ ਗਨੀ ਬੈਗਸ ਜਿਹੜੇ ਹੁੰਦੇ ਹੈਗੇ ਨੇ, ਠੀਕ ਹੈ, ਬੋਰੀਆਂ ਜਿਹਨੂੰ ਅਸੀਂ ਕਹਿੰਦੇ ਆ, ਸੇਬੇ ਦੀਆਂ ਬੋਰੀਆਂ, ਉਹਨਾਂ ਨੂੰ ਕਹਿੰਦੇ ਕਿ ਦੂਰ ਰੱਖਿਆ ਜਾਂਦਾ ਹੈ ਦੀਵਾਰਾਂ ਤੋਂ, ਵਾਲਸ ਤੋਂ, ਔਨ ਵੁਡਨ ਦੇ ਬੋਰਡਸ ਉੱਤੇ ਰੱਖਿਆ ਜਾਂਦਾ ਤੇ ਦੀਵਾਰਾਂ ਤੋਂ ਦੂਰ ਰੱਖਿਆ ਜਾਂਦਾ। ਇਨ ਵੇਅਰ ਹਾਊਸਿਸ ਕਹਿੰਦੇ ਨਾ ਗਡਾਊਨਸ ਦੇ ਵਿੱਚ ਰੈਟ ਕਿਲਿੰਗ ਟੈਬਲੇਟਸ ਆਰ ਕੈਪਟ ਬਿਟਵੀਨ ਦਾ ਰੈਕਸ ਔਰ ਪੋਇਜ਼ਨਸ ਸਮੋਕ ਇਜ਼ ਸਮੀਅਰਡ ਟੂ ਪ੍ਰੀਵੈਂਟ ਸਪੋਇਲੇਜ ਆਫ ਗ੍ਰੇਨਸ। ਕੀ ਲਿਖਿਆ ਹੈਗਾ, ਕਹਿੰਦੇ ਕਿ ਜਿਹੜੀ ਇਹਨਾਂ ਵੇਅਰ ਹਾਊਸਿਸ ਦੇ ਵਿੱਚ ਜਿਹੜੇ ਚੂਹੇ ਮਾਰਨ ਵਾਲੀਆਂ ਦਵਾਈਆਂ ਹੁੰਦੀਆਂ ਨੇ, ਗੋਲੀਆਂ, ਉਹ ਰੱਖੀਆਂ ਜਾਂਦੀਆਂ ਨੇ, ਠੀਕ ਹੈ, ਐਂਡ ਖਤਰਨਾਕ ਇੱਕ ਸਮੋਕ ਧੂਆਂ ਛੱਡਿਆ ਜਾਂਦਾ ਤਾਂ ਕਿ ਇਹਨਾਂ ਗ੍ਰੇਨਸ ਨੂੰ ਬਚਾਇਆ ਜਾ ਸਕੇ ਖਰਾਬ ਹੋਣ। ਤੁਸੀਂ ਇੱਥੇ ਦੇਖ ਹੀ ਸਕਦੇ ਹੋ, ਇੱਥੇ ਇੱਕ ਗਡਾਊਨ ਬਣਿਆ ਹੋਇਆ ਜਿਸ ਬਹੁਤ ਸਾਰੀਆਂ ਬੋਰੀਆਂ ਪਈਆਂ ਹੋਈਆਂ ਨੇ ਤੇ ਇਹ ਇੱਕ ਜਿਹੜਾ ਕੋਲਡ ਸਟੋਰ ਹੈ। ਨੈਕਸਟ ਗੌਰਵ ਕਹਿੰਦਾ ਹੈ ਕਿ ਮਾਈ ਕਲਾਸ ਫੈਲੋ ਕਰਨਵੀਰ's ਫਾਦਰ keeps potatoes and fruits in the cold store। ਕਹਿੰਦੇ ਮੇਰੇ ਜਿਹੜੇ ਕਰਨਵੀਰ ਦੇ ਪਾਪਾ ਨੇ, ਮੇਰਾ ਦੋਸਤ ਹੈ, ਤੇ ਉਹਦੇ ਜਿਹੜਾ ਕਰਨਵੀਰ ਦੇ ਪਾਪਾ ਨੇ ਕਹਿੰਦੇ ਕਿ ਉਹ ਪੋਟੈਟੋ ਤੇ ਫਰੂਟ ਰੱਖਦੇ ਨੇ ਕੋਲਡ ਸਟੋਰ ਦੇ ਵਿੱਚ। ਫਾਦਰ ਕੋ ਕਹਿੰਦੇ ਨੇ ਯੈਸ ਸਨ, ਕੋਲਡ ਸਟੋਰਸ ਆਰ ਯੂਜ਼ਡ ਟੂ ਸਟੋਰ ਐਂਡ ਪ੍ਰੀਜ਼ਰਵ ਵੈਜੀਟੇਬਲਸ ਐਂਡ ਫਰੂਟਸ। ਕਹਿੰਦੇ ਜਿਹੜੇ ਹਾਂ ਬੇਟੇ, ਕੋਲਡ ਸਟੋਰ ਜਿਹੜੇ ਹੁੰਦੇ ਨੇ ਉਹ ਸਟੋਰ ਤੇ ਵੈਜੀਟੇਬਲਸ ਨੂੰ ਪ੍ਰੀਜ਼ਰਵ ਤੇ ਸਟੋਰ ਕਰਨ ਵਾਸਤੇ, ਫਰੂਟਸ ਨੂੰ ਸਟੋਰ ਤੇ ਪ੍ਰੀਜ਼ਰਵ ਕਰਨ ਵਾਸਤੇ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਯੂਜ਼ ਕੀਤੇ ਜਾਂਦੇ ਨੇ, ਸਪੈਸ਼ਲੀ ਜਿੱਦਾਂ ਕਿ ਪੋਟੈਟੋਸ ਹੁੰਦੇ ਹੈਗੇ ਆ, ਹੈਨਾ, ਤੇ ਦੁਆਬਾ ਏਰੀਆ ਦੇ ਵਿੱਚ ਕੋਲਡ ਸਟੋਰੇਜ ਵਿੱਚ ਇਹ ਰੱਖੇ ਜਾਂਦੇ ਨੇ, ਠੀਕ ਹੈ। ਨੈਕਸਟ ਹੈ ਪਾਸਚਰਾਈਜੇਸ਼ਨ। ਕੀ ਮਤਲਬ ਇਹਦਾ ਪਾਸਚਰਾਈਜੇਸ਼ਨ ਦਾ? ਵਿਦ ਦਿਸ ਮੈਥਡ ਮਿਲਕ ਇਜ਼ ਹੀਟਡ ਔਨ ਅ ਹਾਈ ਟੈਂਪਰੇਚਰ। ਦੁੱਧ ਨੂੰ ਬਹੁਤ ਹੀ ਜ਼ਿਆਦਾ ਹਾਈ
ਟੈਂਪਰੇਚਰ ਦੇ ਉੱਤੇ ਉਬਾਲਿਆ ਜਾਂਦਾ, then it is immediately cooled, ਫਿਰ ਉਹਨੂੰ ਫਟਾਫਟ ਠੰਡਾ ਕੀਤਾ ਜਾਂਦਾ ਹੈ, then it is packed into packets and bottles and is used for many days। ਕਹਿੰਦੇ ਫਿਰ ਇਸ ਨੂੰ ਪੈਕੇਟਸ ਜਾਂ ਬੋਤਲਾਂ ਵਿੱਚ ਰੱਖਿਆ ਜਾਂਦਾ ਤੇ ਲੰਬੇ ਸਮੇਂ ਤੱਕ, ਕਾਫੀ ਦਿਨਾਂ ਤੱਕ ਇਹਨੂੰ ਵਰਤਿਆ ਜਾਂਦਾ ਹੈ। ਇਨ ਪੰਜਾਬ ਵੇਰਕਾ pasteurizes sells milk on a large scale। ਕਹਿੰਦੇ ਵੇਰਕਾ ਤੁਸੀਂ ਦੁੱਧ ਵੇਖਿਆ ਹੋਏਗਾ, ਪੈਕੇਟਸ ਵਾਲਾ ਵੇਰਕਾ ਦੁੱਧ, ਉਹ ਕਾਫੀ ਲੰਮੇ ਕਾਫੀ ਜਗ੍ਹਾ ਤੇ ਕਹਿੰਦੇ ਵਰਤਿਆ ਜਾਂਦਾ ਹੈ, ਵੇਚਿਆ ਜਾਂਦਾ ਹੈ। ਹੇਅਰ ਮਿਲਕ ਪ੍ਰੋਡਕਟਸ ਆਰ ਪੈਕਡ ਫॉर द ਫਿਊਚਰ ਜੋਬਸ। ਇੱਥੇ ਕਹਿੰਦੇ ਕਿ ਜਿਹੜਾ ਮਿਲਕ ਪ੍ਰੋਡਕਟਸ ਹੈਗੇ ਨੇ ਉਹ ਵੀ ਵਰਤੇ ਜਾਂਦੇ ਨੇ, ਪੈਕ ਕੀਤੇ ਜਾਂਦੇ ਨੇ ਤਾਂ ਕਿ ਆਉਣ ਵਾਲੇ ਫਿਊਚਰ ਵਿੱਚ ਅਸੀਂ ਯੂਜ਼ ਕਰ ਸਕੀਏ। ਸੋ 에ਅਰ ਟਾਈਟ ਕੰਟੇਨਰਸ ਆਰ ਯੂਜ਼ਡ ਟੂ ਪ੍ਰੀਜ਼ਰਵ ਫੂਡ ਡਿਊਰਿੰਗ ਦ ਜਰਨੀ। ਕਿਤੇ ਜਾ ਰਹੇ ਹਾਂ ਅਸੀਂ, ਹੈ ਨਾ, ਇੱਕ ਜਗ੍ਹਾ ਦੂਸਰੀ ਜਗ੍ਹਾ ਜਰਨੀ ਮੂਵ ਕਰ ਰਹੇ ਹਾਂ ਆਪਾਂ, ਤੇ 에ਅਰ ਟਾਈਟ ਕੰਟੇਨਰਸ ਜਿਹੜੇ ਨੇ ਸਾਨੂੰ ਵਰਤਣੇ ਚਾਹੀਦਾ, ਖਾਣਾ ਜਿਹੜਾ ਅਸੀਂ ਪ੍ਰੀਜ਼ਰਵ ਕਰ ਰੱਖੀਏ। ਸਟੂਡੈਂਟਸ ਜਿਸ ਤਰ੍ਹਾਂ ਹੁੰਦੇ, ਅਸੀਂ ਸਕੂਲ ਜਾ ਰਹੇ ਹਾਂ, ਟਿਫਨ ਲੈ ਕੇ ਜਾਂਦੇ ਹਾਂ, ਹੈ ਨਾ, ਵਰਕਰਸ ਜਿਹੜੇ ਹੁੰਦੇ ਨੇ ਆਫਿਸ ਜਾਂਦੇ, ਤੁਹਾਡੇ ਪਾਪਾ ਤੋਂ ਜਾਂ ਡਿਊਟੀ ਜਾ ਰਹੇ ਨੇ, ਹੈ ਨਾ, ਕੰਮ ਤੇ ਜਾ ਰਹੇ ਨੇ, ਤਾਂ ਉਹ ਵੀ ਟਿਫਨ ਬਾਕਸ ਜਿਹੜਾ ਲੈ ਕੇ ਜਾਂਦੇ ਨੇ, ਜਿਹਦੇ ਵਿੱਚ ਜਿਹੜਾ ਖਾਣਾ ਠੰਡਾ ਨਹੀਂ ਹੁੰਦਾ, ਗਰਮ ਰਹਿੰਦਾ ਹੈਗਾ। ਸਾਡੇ ਟਿਫਨ ਤੇ ਡਿਪੈਂਡ ਕਰਦਾ ਹੈ ਕਿ ਸਟੀਲ ਦਾ ਹੈ, ਕਿਸ ਤਰੀਕੇ ਦਾ ਹੈਗਾ। ਸੋ ਥਿੰਗਸ ਟੂ ਰਿਮੈਂਬਰ, ਜਿਹੜੀਆਂ ਚੀਜ਼ਾਂ ਯਾਦ ਰੱਖਣ ਵਾਲੀਆਂ ਹੈਗੀਆਂ ਇਸ ਚੈਪਟਰ ਦੇ ਵਿੱਚ, ਸਟੋਰੇਜ ਐਂਡ ਪ੍ਰੀਜ਼ਰਵੇਸ਼ਨ ਆਫ ਫੂਡ ਦੇ ਵਿੱਚ, ਕਿਹੜੀਆਂ ਨੇ? ਵੀ ਸ਼ੁਡ ਨੈਵਰ ਈਟ ਸਟੇਲ ਫੂਡ। ਸਾਨੂੰ ਬਿਆ ਖਾਣਾ ਜਿਹੜਾ ਕਹਿੰਦੇ ਨਹੀਂ ਖਾਣਾ ਚਾਹੀਦਾ ਹੈਗਾ। ਵੀ ਕੈਨ ਆਇਡੈਂਟੀਫਾਈ ਦ ਸਪੋਇਲਡ ਫੂਡ। ਅਸੀਂ ਜਿਹੜਾ ਖਾਣਾ ਖਰਾਬ ਹੋ ਚੁੱਕਿਆ ਹੈ ਉਹਨੂੰ ਸੁੰਘ ਕੇ ਜਾਂ ਉਹਨੂੰ ਵੇਖ ਕੇ ਦੱਸ ਸਕਦੇ ਹਾਂ ਵੀ ਖਰਾਬ ਹੋਇਆ ਹੈ। ਫੂਡ ਕੈਨ ਬੀ ਪ੍ਰੀਜ਼ਰਵਡ ਬਾਈ ਯੂਜ਼ਿੰਗ ਡਿਫਰੈਂਟ preservative methods to check the growth of microbes। ਖਾਣਾ ਜਿਹੜਾ ਕਹਿੰਦੇ ਅਸੀਂ ਇਹਨੂੰ ਪ੍ਰੀਜ਼ਰਵ ਕਰਕੇ ਰੱਖ ਸਕਦੇ ਹਾਂ, ਅਲੱਗ-ਅਲੱਗ ਤਰੀਕੇ ਪ੍ਰੀਜ਼ਰਵੇਟਿਵ ਮੇਥਡ ਜਿਹੜੇ ਹੁੰਦੇ ਨੇ ਯੂਜ਼ ਕਰਕੇ, ਤਾਂ ਕਿ ਜਿਹੜੀ ਮਾਈਕਰੋਬਸ ਹੈਗੇ ਨੇ ਅਸੀਂ ਵਧਣ ਤੋਂ ਉਹਨਾਂ ਨੂੰ ਰੋਕਿਆ ਜਾ ਸਕੇ। ਗੋਡਾਊਨਸ ਆਰ ਯੂਜ਼ਡ ਟੂ ਸਟੋਰ ਗ੍ਰੇਨਸ ਔਨ ਅ ਲਾਰਜ ਸਕੇਲ। ਜਿਹੜੇ ਗੋਡਾਊਨਸ ਹੁੰਦੇ ਨੇ ਕਹਿੰਦੇ ਉਹਨਾਂ ਨੂੰ ਵਰਤਿਆ ਜਾਂਦਾ ਤਾਂ ਕਿ ਦਾਣਿਆਂ ਨੂੰ ਲੰਬੇ ਜਿਹੜਾ ਉਹਨਾਂ ਨੂੰ ਸੇਵ ਕਰਕੇ ਰੱਖ ਸਕੀਏ, ਸਟੋਰ ਕਰਕੇ ਰੱਖ ਸਕੀਏ। Poison should not be used to preserve the food products। ਜਿਹੜੇ poison ਹੁੰਦੇ ਨੇ ਕਹਿੰਦੇ ਉਹਨਾਂ ਨੂੰ ਵਰਤਣਾ ਸਾਨੂੰ ਨਹੀਂ ਚਾਹੀਦਾ ਖਾਣੇ ਨੂੰ ਪ੍ਰੀਜ਼ਰਵ ਕਰਨ ਵਾਸਤੇ। ਰਾਈਟ ਅਬਾਊਟ ਦੈਟ। ਸੋ ਲਿਖਿਆ ਹੋਇਆ ਤੁਹਾਡੇ ਕੋਲ ਕੁਐਸਚਨ, ਰਾਈਟ ਅਬਾਊਟ ਦੈਟ। ਚਲੋ ਇਹ ਕੁਐਸਚਨ ਹੋਏਗਾ ਤੁਹਾਡੇ ਕੋਲ, why is the use of poisons harmful to preserve the pulses। ਸੋ ਕਹਿੰਦੇ ਕਿ ਜਿਹੜੇ poison ਹੁੰਦੇ ਨੇ ਜਿਹੜੇ ਅਸੀਂ ਲੋਕੀ ਯੂਜ਼ ਕਰ ਲੈਂਦੇ ਨੇ ਪਲਸਿਸ ਨੂੰ ਦਾਲਾਂ ਬਚਾਉਣ ਵਾਸਤੇ, ਕਹਿੰਦੇ ਸਾਡੇ ਵਾਸਤੇ ਹਾਰਮਫੁਲ ਕਿਉਂ ਨੇ? ਕਿਉਂਕਿ ਦਾਲਾਂ ਜਿਹੜੀਆਂ ਹੁੰਦੀਆਂ ਨੇ, ਪਲਸਿਸ ਜਿਹੜੇ ਨੇ ਪ੍ਰੀਜ਼ਰਵ, ਉਹਦੇ ਵਿੱਚ ਜਿਹੜੇ ਪਲਸਿਸ ਦੇ ਵਿੱਚ ਜਿਹੜੇ ਪ੍ਰੋਟੀਨ ਹੁੰਦੇ ਨੇ, ਦੇ ਈਜ਼ੀਲੀ ਅਬਜ਼ੌਰਬ ਪਾਇਜ਼ਨਸ, ਬੜੀ ਜਲਦੀ ਆਪਣੇ ਅੰਦਰ ਜਿਹੜੇ ਪੋਇਜ਼ਨ ਨੂੰ ਅਬਜ਼ੌਰਬ ਕਰ ਲੈਂਦੇ ਹੈਗੇ ਨੇ। ਧੋਣ ਤੋਂ ਬਾਅਦ ਆਫਟਰ ਵਾਸ਼ ਉਹ ਜਿਹੜੇ ਹੁੰਦੇ ਨੇ ਰਿਮੂਵ ਨਹੀਂ ਹੁੰਦੇ, ਤੇ ਉਹ ਸਾਡੀ ਬਾਡੀ ਦੇ ਅੰਦਰ ਜਾਂਦੇ ਨੇ ਐਂਡ ਸਾਨੂੰ ਕਈ ਤਰ੍ਹਾਂ ਦੀਆਂ ਜਿਹੜੀਆਂ ਡਿਸੀਜ਼ਸ ਨੇ ਲੱਗ ਸਕਦੀਆਂ ਨੇ, ਇਸ ਕਰਕੇ ਸਾਨੂੰ ਇਹ ਨਹੀਂ ਵਰਤਣੇ ਚਾਹੀਦੇ। ਸੋ ਕਹਿੰਦੇ ਵਾਈ ਆਰ ਫਰੂਟਸ ਐਂਡ ਵੈਜੀਟੇਬਲਸ ਕੈਪਟ ਇਨ ਕੋਲਡ ਸਟੋਰੇਜ। ਸੋ vegetables and fruits are kept in cold storage to use in future। ਠੀਕ ਹੈ, ਫਿਊਚਰ ਦੇ ਵਿੱਚ ਵਰਤਣ ਦੇ ਲਈ ਅਸੀਂ ਇਸ ਨੂੰ ਯੂਜ਼ ਕਰਦੇ ਹੈਗੇ ਆ। ਕੋਲਡ ਸਟੋਰੇਜ ਰੱਖਿਆ ਜਾਂਦਾ ਤਾਂ ਕਿ ਅਸੀਂ ਇਸ ਨੂੰ ਲੰਬੇ ਸਮੇਂ ਤੱਕ ਜਿਹੜਾ ਹੈਗਾ ਵਾ ਪ੍ਰੀਜ਼ਰਵ ਕਰਕੇ ਰੱਖ ਸਕੀਏ, ਟੂ ਪ੍ਰੀਜ਼ਰਵ them। ਨੈਕਸਟ ਤੁਹਾਡੇ ਕੋਲ ਮੈਚਿੰਗ ਨੇ A and B। ਮਿਲਕ ਜਿਹੜਾ ਹੈ ਕਿੱਦਾਂ ਸੀ, ਮਿਲਕ ਦਾ ਬੋਇਲਿੰਗ ਆ ਗਿਆ, ਬੋਇਲਿੰਗ ਇੱਕ ਤਰੀਕਾ ਹੈ। ਨੈਕਸਟ ਹੈਗਾ ਤੁਹਾਡੇ ਕੋਲ ਬੋਇਲਿੰਗ। ਨੈਕਸਟ ਹੈ ਪਿਕਲ ਆਫ ਲੈਮਨ। ਅਚਾਰ ਜਿਹੜਾ ਹੈ ਕਹਿੰਦੇ ਲੈਮਨ ਦਾ, ਅਸੀਂ ਉਹ ਕਿੱਦਾਂ ਬਣਾਵਾਂਗੇ। ਪਿਕਲ ਆਫ ਲੈਮਨ ਜਿਹੜਾ ਆਏਗਾ, ਅਸੀਂ ਅਚਾਰ ਤੇ ਆਇਲਿੰਗ ਕਰਾਂਗੇ। ਨੈਕਸਟ ਪੇਪਰਮਿੰਟ ਲੀਵਸ, ਅਸੀਂ ਇਸ ਨੂੰ ਸੁਕਾ ਲਾਂਗੇ। ਡਰਾਈਂਗ, ਪਾਨ ਪ੍ਰੀਜ਼ਰਵ ਕਰਕੇ ਰੱਖ ਸਕਦੇ। ਜਾਮਨ, ਗ੍ਰੇਪਸ, ਫਰੂਟਸ ਨੇ ਅਸੀਂ ਇਸ ਨੂੰ ਰੈਫਰੀਜਰੇਟਰਿੰਗ ਕਰ ਸਕਦੇ ਹਾਂ। ਐਂਡ ਮੁਰੱਬਾ ਜਿਹੜਾ ਅਸੀਂ ਉਹ 'ਚ ਸ਼ੂਗਰ ਪਾ ਕੇ ਐਡ ਕਰਕੇ ਉਹਦੇ ਵਿੱਚ ਅਸੀਂ ਇਸਨੂੰ ਲੰਬੇ ਸਮੇਂ ਤੱਕ ਰੱਖ ਸਕਦੇ ਹਾਂ। ਸੋ ਕਲਾਸ 5ਵੀਂ ਦਾ ਹੈ ਜਿਹੜਾ EVS ਦਾ ਚੈਪਟਰ ਸਟੋਰੇਜ ਐਂਡ ਪ੍ਰੀਜ਼ਰਵੇਸ਼ਨ ਆਫ ਫੂਡ ਸੀ। ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਵੀਡੀਓ ਜਿਹੜੀ ਹੈ ਪਸੰਦ ਆਈ ਹੋਏਗੀ, ਤੇ ਮੈਂ ਚਾਹੁੰਦੀ ਹਾਂ ਕਿ ਵੱਧ ਤੋਂ ਵੱਧ ਜਿਹੜੇ ਬੱਚੇ ਆ ਉਹ ਇਹਨਾਂ ਵੀਡੀਓਜ਼ ਦਾ ਫਾਇਦਾ ਲੈ ਸਕਣ। ਇਸ ਕਰਕੇ ਮੇਰੀ ਤੁਹਾਨੂੰ ਰਿਕੁਐਸਟ ਹੈ ਕਿ ਤੁਸੀਂ ਇਸ ਚੈਨਲ ਨੂੰ ਲੋਕਾਂ ਤੱਕ ਪਹੁੰਚਾਓ, ਬੱਚਿਆਂ ਤੱਕ ਪਹੁੰਚਾਓ, ਤਾਂ ਕਿ ਜਿਹੜੇ ਬੱਚੇ ਵੱਧ ਤੋਂ ਵੱਧ ਜਿਹੜੇ ਨੇ ਉਹ ਸਿੱਖ ਸਕਣ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਵੇਖਣ ਦਾ। ਪਲੀਜ਼ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ।